ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦਲਜੀਤ ਕੌਰ ਮਾइंड बॉडी एंड सोल विद ਦਲਜੀਤ ਚੈਨਲ ਤੋਂ ਆਪ ਜੀ ਦੇ ਨਾਲ ਮੁਖਾਤਿਬ ਹਾਂ ਔਰ ਅੱਜ ਤੋਂ ਇੱਕ ਅਸੀਂ ਨਵਾਂ ਐਪੀਸੋਡ ਵਾਈਜ਼ ਛੋਟਾ ਜਿਹਾ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਗੱਲ ਪਹੁੰਚਾਉਣ ਦੀ, ਥੋੜਾ ਜਿਹਾ ਉਸ ਮਾਲਕ ਦੇ ਬਾਰੇ, ਮਾइंड ਦੀ ਗੇਮ, ਬੋਡੀ ਅਤੇ ਸੋਲ ਦੀ। ਮਾइंड ਸਾਡੇ ਬਸ 'ਚ ਨਹੀਂ, ਸੋਲ ਦਾ ਸਾਨੂੰ ਪਤਾ ਨਹੀਂ, ਬੋਡੀ ਬਾਰੇ ਅਸੀਂ ਸੋਚਣਾ ਹੀ ਨਹੀਂ ਚਾਹੁੰਦੇ ਤੇ ਕਿਸ ਤਰੀਕੇ ਨਾਲ ਕਹੀਏ ਕਿ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਕਹਿ ਕੇ ਵੀ ਸੋਚਦੇ ਨਹੀਂ ਆ ਕਿ ਸਤਿਗੁਰੂ ਜੀ ਤੇਰੀ ਕਿਰਪਾ ਦੇ ਨਾਲ ਜਿਹੜੀ ਸਾਨੂੰ ਇਹ ਦੇਹੀ ਮਿਲੀ ਹੈ, ਇਹ ਕਿਤਨੀ ਕੀਮਤੀ ਦੇਹੀ ਹੈ, कितना शरीर कीमती है। इस वक्त ਤੁਹਾਡੇ ਵਾਸਤੇ ਸਭ ਤੋਂ ਕੀਮਤੀ ਚੀਜ਼ ਅਗਰ ਕੋਈ ਹੈ ਜੋ ਮਾਲਕ ਨੇ ਦਿੱਤੀ ਹੈ, ਜੋ ਤੁਸੀਂ ਛੱਡਣਾ ਨਹੀਂ ਚਾਹੁੰਦੇ, ਦੇਹੀ। ਕਿਆ ਤੁਸੀਂ ਇਸ ਦੇਹੀ ਦੀ ਕਦਰ ਜਾਣੀ ਹੈ? ਕਿਆ ਤੁਸੀਂ ਇਸ ਦੇਹੀ ਦੇ ਬਾਰੇ ਕੁਝ ਜਾਣਦੇ ਹੋ ਕਿ ਇਹ ਤੁਹਾਨੂੰ ਕਿਤਨੀ ਜ਼ਿਆਦਾ ਕੀਮਤੀ ਚੀਜ਼ ਉਸ ਮਾਲਕ ਨੇ ਦੇ ਕੇ ਭੇਜੀ ਹੈ ਔਰ ਤੁਸੀਂ ਇਸ ਦੀ ਕਿਸ ਤਰੀਕੇ ਦੇ ਨਾਲ ਬਰਬਾਦੀ ਕੀਤੀ ਹੈ ਔਰ ਕਰੀ ਚਲੀ ਜਾ ਰਹੇ ਹੋ। ਔਰ ਸਤਿਗੁਰੂ ਜੀ ਫਿਰ ਵੀ ਤੁਹਾਨੂੰ ਖੁਸ਼ ਦੇਖਣਾ ਚਾਹੁੰਦੇ ਹਨ, ਤੁਹਾਨੂੰ ਸਵਾਸ ਦੇ ਰਹੇ ਹਨ, ਤੁਹਾਨੂੰ ਕਿਸੇ ਤਰੀਕੇ ਦੇ ਨਾਲ ਸੋਝੀ ਆ ਜਾਵੇ ਉਤਨਾ ਕੁ ਵਕਤ ਦੇਣਾ ਚਾਹੁੰਦੇ। ਜਿਸ ਤਰ੍ਹਾਂ ਇੱਕ ਪਿਤਾ ਆਪਣੇ ਬੱਚੇ ਨੂੰ ਵਕਤ ਦਿੰਦਾ, ਵਕਤ ਦੇਣਾ ਚਾਹੁੰਦੇ ਨੇ ਕਿ ਕਦੀ ਨਾ ਕਦੀ ਤੇ ਮੇਰੇ ਬੱਚੇ ਨੂੰ ਇਹਨਾਂ ਦੁੱਖਾਂ ਦੇ ਕਰਕੇ ਹੀ, ਜਿਹੜੇ ਦੁੱਖ ਅਸੀਂ ਆਪ ਸਹਿੜੇ ਹੋਣ, ਇਹਨਾਂ ਦੁੱਖਾਂ ਦੇ ਨੇੜਤਾ ਦੇ ਕਰਕੇ ਹੀ ਇਸ ਨੂੰ, ਬੱਚੇ ਨੂੰ ਸਮਝ ਆ ਜਾਏਗੀ ਕਿ ਮੈਂ ਕਿਸ ਦੀ ਅੰਸ਼ ਹਾਂ ਔਰ ਮੈਨੂੰ ਕਿਸ ਨੇ ਭੇਜਿਆ ਹੈ ਔਰ ਮੈਨੂੰ ਕੀ ਕਰਨਾ ਹੈ ਇਸ ਦੁਨੀਆ ਤੇ ਆ ਕੇ। ਮੈਨੂੰ ਆਪਣੇ ਪੁਰਾਣੇ ਕਾਰਮਿਕ ਕਾਊਂਟ ਕਲੀਅਰ ਕਰਨੇ ਹੈ, ਮੈਨੂੰ ਆਪਣਾ ਜੀਵਨ ਖੁਸ਼ੀਆਂ ਭਰਿਆ ਬਣਾਉਣਾ ਹੈ, ਮੈਨੂੰ ਸੁਖੀ ਰਹਿਣਾ ਹੈ ਕਿਉਂਕਿ ਮੇਰਾ ਮਾਲਕ ਸੁੱਖਾਂ ਦਾ ਦਾਤਾ ਹੈ ਔਰ ਉਹ ਦਿੰਦਾ ਚਲਾ ਜਾ ਰਿਹਾ ਹੈ। ਮੈਂ ਉਹਨਾਂ ਸੁੱਖਾਂ ਨੂੰ ਮਹਿਸੂਸ ਨਹੀਂ ਕਰ ਪਾ ਰਹੀ। ਇਹਨਾਂ ਸਰੀਰ ਦੇ ਵਿੱਚ ਇਤਨਾ ਕੁ ਦੁੱਖ ਭਰ ਲਿਆ, ਇਤਨਾ ਕੁ ਜ਼ਹਿਰ ਭਰ ਲਿਆ, ਇਤਨਾ ਕੁਝ ਭਰ ਕੇ ਔਰ ਫਿਰ ਉਹਦੇ ਅੱਗੇ ਹੱਥ ਜੋੜ ਕੇ ਖੜੀ ਹਾਂ, ਮਾਲਕ ਤੂੰ ਹੁਣ ਕੁਝ ਕਿਰਪਾ ਕਰ ਦੇ। ਉਹ ਕਹਿੰਦਾ ਮੈਂ ਕਿਰਪਾ ਕਦ ਨਹੀਂ ਕੀਤੀ, ਕਿਸ ਵਕਤ ਆਪਣੇ ਬੱਚੇ ਤੇ ਕਿਰਪਾ ਨਹੀਂ ਕੀਤੀ, ਮੈਨੂੰ ਇਹ ਵੇਲਾ ਦੱਸ। ਆਪਣੇ ਇਸ ਸਰੀਰ ਨੂੰ, ਜਿਸ ਨੂੰ ਤੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਹੈ, ਕਿਆ ਇਸ ਸਰੀਰ ਨੂੰ ਬਰਬਾਦ ਕਰਨ ਵਿੱਚ ਉਸ ਮਾਲਕ ਦਾ ਹੱਥ ਹੈ? ਉਸ ਮਾਲਕ ਨੇ ਤੈਨੂੰ ਇਸ ਤਰੀਕੇ ਦਾ ਸਰੀਰ ਦਿੱਤਾ ਸੀ। ਅਗਰ ਉਸ ਮਾਲਕ ਨੇ ਬਹੁਤ ਸੋਹਣਾ ਸਰੀਰ ਦੇ ਕੇ ਭੇਜਿਆ ਸੀ ਤੇ ਅੱਜ ਮੇਰਾ ਉਹ ਨਰੋਇਆ ਸਰੀਰ ਕਿੱਥੇ ਹੈ ਔਰ ਇਹ ਖਰਾਬ ਕਿਉਂ ਹੋਇਆ ਹੈ ਔਰ ਇਸ ਨੂੰ ਠੀਕ ਮੈਂ ਕਿਵੇਂ ਕਰ ਸਕਦੀ ਹਾਂ ਔਰ ਮੈਨੂੰ ਕੀ ਸੋਚਣਾ ਪਏਗਾ ਆਪਣੇ ਬਾਰੇ? ਇਹ ਚੀਜ਼ਾਂ ਤੇ ਹੁਣ ਬੰਦਿਆਂ ਤੂੰ ਖੁਦ ਹੀ ਸੋਚਣੀਆਂ ਨੇ ਨਾ। ਇਹ ਤਾਂ ਤੈਨੂੰ ਉੱਪਰੋਂ ਆ ਕੇ ਮਾਲਕ ਗੱਲਾਂ ਨਹੀਂ ਦੱਸੇਗਾ। ਜਿਹੜਾ ਤੇਰੇ ਅੰਦਰ ਵਸਦਾ ਪਿਆ, ਜਦੋਂ ਤੂੰ ਉਹਦੇ ਨਾਲ ਸਾਂਝ ਪਾਏਗਾ ਤੈਨੂੰ ਅੰਦਰੋਂ ਹੀ ਗਿਆਨ ਵੀ ਮਿਲ ਜਾਏਗਾ। ਜਿਹੜੀ ਇਤਨੀ ਛੋਟੀ ਜੀ ਚੀਜ਼ ਹੈ ਕਿ ਅਸੀਂ ਇੰਨੀ ਦੁਨੀਆ 'ਚ ਭੱਜ ਕੇ ਲੋਕਾਂ ਕੋਲੋਂ ਆਪਣੇ ਸਰੀਰ ਬਾਰੇ ਪੁੱਛ ਰਹੇ ਹਾਂ ਕਿ ਮੈਨੂੰ ਕੁਝ ਰਾਹ ਦੱਸੋ, ਮੈਨੂੰ ਕੁਝ ਮਾਰਗ ਦੱਸੋ, ਤੇ ਇਸ ਸਰੀਰ ਦਾ ਤੁਸੀਂ ਆਪ ਹੀ ਬੇੜਾ ਗਰਕ ਕੀਤਾ ਹੈ, ਆਪ ਹੀ ਇਸ ਦਾ ਨੁਕਸਾਨ ਕੀਤਾ ਹੈ। ਤੇ ਇਸ ਨੂੰ ਠੀਕ ਕਰਨ ਦੇ ਵਿੱਚ ਉਸ ਮਾਲਕ ਦੇ ਕੋਲੋਂ ਜਦੋਂ ਤੁਸੀਂ ਯੋਗਦਾਨ ਮੰਗੋਗੇ, ਬੁੱਧੀ ਮੰਗੋਗੇ, ਗਿਆਨ ਮੰਗੋਗੇ, ਤੇ ਆਟੋਮੈਟਿਕਲੀ ਅੰਦਰੋਂ ਬੜੇ ਸਾਰੀਆਂ ਗੱਲਾਂ ਤੁਹਾਨੂੰ ਮਾਲਕ ਦੇਵੇਗਾ ਕਿਉਂਕਿ ਉਹ ਤੁਹਾਡਾ ਸਾਥ ਦੇ ਰਿਹਾ ਹੈ ਨਾ। ਉਹ ਦਿੰਦਾ ਪਿਆ ਹੈ, ਉਹ ਦਿੰਦਾ ਹੀ ਰਹੇਗਾ। ਇਸ ਕਰ ਸਭ ਤੋਂ ਵੱਡੀ ਤੇ ਇਹੀ ਗੱਲ ਹੈ ਕਿ ਉਸਨੇ ਅਜੇ ਤੱਕ ਮੈਨੂੰ ਸ਼ਵਾਸ ਦਿੱਤੇ ਹੋਏ ਨੇ, ਜਿਤਨੇ ਦਿੱਤੇ ਨੇ ਉਤਨੇ ਉਹ ਪੂਰੇ ਹੀ ਕਰਾਂਗਾ। ਮੈਂ ਲਟਕਦਾ ਫਟਕਦਾ ਸਰੀਰ 'ਚ ਇਤਨੇ ਰੋਗ ਲੈ ਕੇ ਕਸੀਟ ਕੇ ਵੀ ਚੱਲ ਰਿਹਾ ਵਾਂ ਨਾ, ਤਦ ਵੀ ਮੈਨੂੰ ਇੱਕ ਜਿਹੜੀ ਕੁੜਕੀ ਨੇ, ਇੱਕ ਆਤਮਾ ਦੀ ਕੁੰਡੀ ਜਿਹੜੀ ਪਾਈ ਹੋਈ ਆ ਮਾਲਕ ਨੇ ਮੇਰੇ ਅੰਦਰ, ਉਸਨੇ ਪਕੜ ਰੱਖਿਆ ਹੈ। ਉਹ ਬੜੀ ਸਟਰੋਂਗ ਹੈ। ਉਹ ਕੁੰਡੀ ਇਸੇ ਕਰਕੇ ਪਾਈ ਹੋਈ ਹੈ ਕਿ ਕਿਤੇ ਇਹਨੂੰ ਦੁੱਖਾਂ ਕਰਕੇ ਹੀ, ਇਸ ਨੂੰ ਆਪਣੇ ਹੀ ਸਰੀਰਕ ਦੁੱਖਾਂ ਕਰਕੇ, ਮਾਨਸਿਕ ਦੁੱਖਾਂ ਕਰਕੇ ਹੀ ਸੋਝੀ ਆ ਜਾਵੇ
ਔਰ ਇਹ ਕੁਝ ਆਪਣੇ ਆਪ ਨੂੰ ਸੁਧਾਰ ਲਵੇ। ਪਰ ਸੋਚਣਾ ਤੇ ਪਏਗਾ। ਇਸੇ ਕਰਕੇ ਧਿਆਨ ਸ਼ਬਦ ਵਰਤਿਆ ਗਿਆ ਹੈ। ਧਿਆਨ ਦੇ ਬੰਦਿਆ ਆਪਣੇ ਵੱਲ। ਹੁਣ ਧਿਆਨ ਵਿੱਚ ਵੀ ਅਗਰ ਬਹਿ ਕੇ ਅਸੀਂ ਰੌਲਾ ਪਾਣਾ ਸ਼ੁਰੂ ਕਰ ਦਈਏ, ਕਦੀ ਕੁਝ ਨਾਮ ਲੈ ਕੇ ਬਹਿ ਜਾਈਏ, ਕਦੀ ਕੁਝ ਲੈ ਕੇ ਕਿਸੇ ਪਾਸੇ ਫੋਕਸ ਕਰਨਾ ਸ਼ੁਰੂ ਕਰ ਦਈਏ। ਧਿਆਨ ਇਤਨਾ ਹੀ ਬੜਾ ਹੈ ਕਿ ਮੈਂ ਕੀ ਕਰ ਰਿਹਾ ਹਾਂ ਤੇ ਮੈਨੂੰ ਕੀ ਕਰਨਾ ਹੈ, ਮੈਂ ਕੌਣ ਹਾਂ ਤੇ ਮੈਂ ਕਿਹਦੀ ਅੰਸ਼ ਹਾਂ। ਨਹੀਂ ਆਏਗਾ ਛੇਤੀ ਇਹ ਚੀਜ਼ ਦਾ ਯਾਦ। ਕੋਈ ਗੱਲ ਨਹੀਂ, ਜੇ ਕੋਲ ਬਵਾਂਗੇ, ਵਿਚਾਰ ਕਰਾਂਗੇ ਤੇ ਮਾਲਕ ਕਿਤੇ ਨਾ ਕਿਤੇ ਸਟਾਰਟ ਤੇ ਕਰੇਗਾ ਹੀ ਨਾ, ਸਟਾਰਟ ਤੇ ਕਰੇਗਾ ਹੀ ਨਾ। ਉੱਥੇ ਰੋਲੇ ਪਾਉਣ ਨਾਲ ਕੋਈ ਮਤਲਬ ਨਹੀਂ ਹੈ। ਅੰਦਰ ਅੱਖਾਂ ਬੰਦ ਕਰਨਾ, ਸਿਰਫ ਸ਼ਵਾਸ ਉਸ ਡੋਰੀ ਨੂੰ ਜਿਹੜੀ ਸੁੱਟੀ ਹੋਈ ਹੈ ਅੰਦਰ, ਜਿਹੜੀ ਡੋਰੀ ਨੇ ਮੈਨੂੰ ਸੰਭਾਲਿਆ ਹੋਇਆ ਹੈ, ਉਸ ਡੋਰੀ ਨੂੰ ਵੇਖਣਾ ਹੈ, ਮਹਿਸੂਸ ਕਰਨਾ ਹੈ ਸ਼ਵਾਸਾਂ ਦੇ ਨਾਲ ਕਿ ਇਹ ਸ਼ਵਾਸ ਆ ਕਿੱਥੋਂ ਰਹੇ ਨੇ, ਇਹ ਦੇ ਕੌਣ ਰਿਹਾ ਹੈ ਔਰ ਦੇ ਕਿੰਨੂੰ ਰਿਹਾ ਹੈ। ਇਸ ਮਿੱਟੀ ਨੂੰ ਹੀ ਤਾਂ ਪਕੜ ਰੱਖਿਆ ਉਸ ਸ਼ਵਾਸਾਂ ਨੇ। ਤੇ ਫਿਰ ਅਗਰ ਉਸਨੇ ਇਸ ਮਿੱਟੀ ਨੂੰ, ਇਤਨੀ ਵਜ਼ਨੀ ਮਿੱਟੀ ਨੂੰ ਪਕੜ ਕੇ ਰੱਖ ਸਕਦਾ, ਉਹ ਕਿਤਨਾ ਸ਼ਕਤੀਸ਼ਾਲੀ ਹੋਏਗਾ, ਜਿਹੜਾ ਸੇਮ ਸ਼ਵਾਸ ਦੇ ਵਿੱਚ ਇਤਨਾ ਕੁਝ ਵਰਤ ਰਿਹਾ ਹੈ। ਵੇਖਣਾ, ਹੋਰ ਕੋਈ ਰਸਨਾ ਦੇ ਉੱਤੇ ਕੁਝ ਹੋਰ, ਉਹ ਸੇਮ ਹਵਾ ਅੰਦਰ ਵਰਤ ਰਹੀ ਹੈ। इतना प्रोसेस चल रहा है मेरे अंदर, इतनी एक्टिविटीज चल रही हैं। क्या मैं अपने मेरे बस दे है कल्ले दे कि ये सब एक्टिविटीज चला सका? तो फिर ये कौन चला रहा है, ये कौन है, ये किदे नाल मैनू जिन्हों मैं करती पई हां, ये कौन शक्ति है ते मैं कौन हां? मैं उस शक्ति का एक बिंदु हाँ, एक अंश हाँ, इहदे अंदर रखी हुई हाँ। वो डोरी है, मैं वो डोरी अंदर सुट्टी हुई है, पर वो शक्ति अपनी डोरी जिहड़ी मेरे अंदर सुट्टी है उसनूं छड्डदी नहीं पई। ते फिर जब मैं उस शक्ति का हिस्सा हाँ, ते शक्ति नूं ते रौला पाउण दी भी जरूरत नहीं। वो तां अज तक मेरे बिना बोलिया ही मेरे अंदर वो शक्ति चल रही सी, बिना नाम जपिया भी चल रही सी। जदों मैं दिन भर च नहीं सुरत विच हुंदा, सुरत च हुंदा वा तद भी वो चल रही। बस वो सुरती है ना जिहड़ी जिन्हों नाम कहा जाते हैं। तुसीं समझो कितनियां सारियां आवाज़ां इस ब्रह्मंड च गूंज रही ने। अगर इन्हां सारियां आवाज़ां दे पिछे मैं कहां एक बहुत बरीक नदी का शोर भी है, जिन्हों शिव दी गंगा कहा गया है, झिंगुर दी आवाज कहा गया है, अनहद दी आवाज के। मत सोचना अंदर जाके कि ये इस तरह की होएगी, उस तरह की होएगी। मालक ते छड़ दो कि तू जो सुनाएगा, मैं एक छोटे जे बालक वांगर तेरे को आ गया हाँ, जो भी अंदर सुनाई देगा यही होएगा, क्योंकि मैं कोशिश नहीं की, मेरी कोशिश नाल नहीं कुछ चल रहा। ये सब तेरियां कोशिशों नूं मैं देखना शुरू किया है। ख्याल तो बंदा बहुत वड्डे वड्डे बना लैंदा है, इस तरह का होएगा, वो होएगा, इदां चलेगा, अनहद दी आवाज होएगी, इंज होएगी, फिर ऐ सीटियां आवाज आए, क्योंकि बहुत कुछ बोलिया जा चुका है इस दुनिया दे विच। और जितना भी कुछ बोलिया जा चुका है ना, असी वो भरम लैके जो अपने अंदर बैठते हैं ना, फिर असी उन्हां दा इंतजार करना शुरू कर देंगे। हुण ऐ वरतेगा, वो कदों वरतेगा, हुण पता नहीं मैं कित्थे खड़ी हाँ। जब मैं बच्चा ही बन गई तो मैं क्यों सोचा कि मैं कित्थे खड़ी हाँ। मैं जिथे भी खड़ी हाँ, मेरी डोरी नूं मेरे मालक ने फड़िया, बस इतना काफी। मैं छोटी हाँ, मैं वड्डी हाँ, मैं इंज है, मैं उत्थे पहुंच जावांगी, मैं इंज कर, तू किते भी नहीं पहुंचेगी, तो जिथे भी पहुंचेगी तेरे नाल तेरा मालक खड़ा है। इतना काफी है, इतना काफी है। तू कुछ नहीं सोचना, जिद्दां पहले नहीं सी सोचदा, सिर्फ श्वास श्वास देखने ने, अपने श्वास श्वास वेखने ने खाली, और सुनना है कन्ना नाल। जो भी सुनाई देता है, जो कुछ भी
ਹੈ ਤਾਂ ਵੀ ਠੀਕ ਹੈ, ਨਹੀਂ ਹੈ ਤਾਂ ਵੀ ਠੀਕ ਹੈ, ਬਸ ਮੈਂ ਬਿਠਾ। ਮੈਨੂੰ ਤੇ ਨਹੀਂ ਪਤਾ ਤੂੰ ਕਿਸ ਤਰ੍ਹਾਂ ਵਰਤਦਾ ਹੈ, ਕੀ ਕਰਦਾ ਹੈ, ਆਈ ਡੋਂਟ ਨੋ। ਤੇ ਬੱਚਾ ਬਣ ਗਿਆ ਨਾ। ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਧਰੂ ਪ੍ਰਹਿਲਾਦ ਨੂੰ ਕਿਸਨੇ ਕਿਹਾ ਸੀਗਾ ਤੂੰ ਜਾ ਕੇ ਇੰਜ ਜਪੀ, ਤੂੰ ਉਂਝ ਜਪੀ? ਉਹਨੇ ਕਿਹਾ ਮੈਨੂੰ ਨਹੀਂ ਪਤਾ, ਮੇਰਾ ਪਿਓ ਤੇ ਹੁਣ ਉਹ ਵੱਡਾ ਸਮਰੱਥ ਪਿਓ ਹੈ ਜਿਹੜਾ ਦੁਨੀਆ ਦਾ ਮਾਲਕ ਹੈ, ਮੈਂ ਉਹਦੀ ਸ਼ਰਨ 'ਚ ਜਾਣਾ ਹੈ। ਇਸ ਪਿਓ ਨੇ ਰਾਜ ਨਹੀਂ ਦਿੱਤਾ, ਮੈਂ ਉਸ ਪਿਓ ਦੇ ਕੋਲ ਚਲਾ ਜਾਣਾ, ਜਾ ਕੇ ਪੁੱਛ ਲੈਣਾ। ਤੇ ਉਸ ਪਿਓ ਨੇ ਉਸ ਬਾਲਕ ਬੁੱਧੀ ਨੂੰ ਦੇ ਦਿੱਤਾ। ਤੇ ਜਦ ਤੱਕ ਮੈਂ ਸਭੇ ਛੱਡ ਸਿਆਣਪਾਂ, ਗੁਰ ਕੀ ਪੈਰੀ ਪੈ। ਸਿਆਣਪਾਂ ਛੱਡ ਦੇ, ਤੂੰ ਇੰਜ ਨਾਮ ਜਪੇਗਾ ਤੇ ਇੰਜ ਮਿਲ ਜਾਏਗਾ, ਤੇਰੀ ਸਿਆਣਪ ਹੈ। ਤੂੰ ਹੌਲੀ ਜਪੇਗਾ ਤਾਂ ਮਿਲ ਜਾਏਗਾ, ਤੇਰੀ ਸਿਆਣਪ ਹੈ। ਛੱਡ ਦੇ, ਛੱਡ ਦੇ। ਤੂੰ ਉਹਦੀ ਡੋਰੀ ਨੂੰ ਵੇਖ, ਵੇਖ ਉਹਦੀ ਡੋਰੀ ਨੂੰ, ਮਹਿਸੂਸ ਕਰ ਉਹਦੀਆਂ ਚੀਜ਼ਾਂ ਨੂੰ, ਗਲਤੀਆਂ ਮਹਿਸੂਸ ਕਰ ਆਪਣੀਆਂ। ਕਿਤਨੀ ਅਵਗੁਣਾਂ ਦਾ ਭਰਿਆ ਹੋਇਆ ਹੈ, ਕਿਤਨੀ ਮੈਲ ਲੱਗੀ ਹੋਈ ਹੈ, ਜਗ੍ਹਾ ਜਗ੍ਹਾ ਉੱਤੇ ਤੜਫ ਰਿਹਾ ਹੈ। ਮਹਿਸੂਸ ਕਰ, ਦੇਖ। ਇਸ ਚੀਜ਼ ਨੂੰ ਵੇਖਣਾ ਹੀ ਧਿਆਨ ਹੈ, ਬਸ ਆਪਣੇ ਉੱਤੇ ਧਿਆਨ ਦੇਣਾ ਕੀ ਹੋ ਰਿਹਾ ਮੇਰੇ ਨਾਲ ਜ਼ਿੰਦਗੀ ਦੇ ਵਿੱਚ। ਜਦੋਂ ਕੋਈ ਬੰਦਾ ਉਲਝ ਜਾਂਦਾ ਨਾ ਬਹੁਤ ਵੱਡੀ ਪਰੇਸ਼ਾਨੀ ਦੇ ਵਿੱਚ, ਤੇ ਉਹ ਆਪਣੀ ਸਿਰੇ ਤੋਂ ਦੇਖਦਾ ਉਸ ਪਰੇਸ਼ਾਨੀ ਨੂੰ ਕਿ ਇਹ ਸਭ ਹੋ ਕਿਉਂ ਰਿਹਾ ਹੈ, ਇਹਦਾ ਮੈਂ ਸਿਰਾ ਪਕੜਾਂ ਤੇ ਸਹੀ, ਕਾਰਨ ਕੀ ਹੈ ਇਸ ਗੱਲ ਦਾ। ਸਮਝਦਾ ਨਾ, ਕਾਰਨ ਲੱਭਦਾ। ਤੇ ਜਦੋਂ ਉਹ ਕਾਰਨ ਤੇ ਪਹੁੰਚਦਾ, ਕਦੇ ਲੈ ਗੱਲ ਤੇ ਕੋਈ ਵੀ ਨਹੀਂ ਸੀ। ਅਗਰ ਮੈਂ ਮਾੜੀ ਜਿੰਨੀ ਗੱਲ ਸੀ ਇਸ ਗੱਲ ਦੇ ਉੱਤੇ ਛੱਡ ਦਿੰਦਾ, ਕਿੰਨੇ ਕਿੰਨੇ ਵੱਡੇ ਕਲੇਸ਼ ਵੀ ਖਤਮ ਹੋ ਸਕਦੇ ਸੀ, ਝਗੜੇ ਵੀ ਮੁੱਕ ਸਕਦੇ ਸੀ। ਮਾਇਆ ਜਿਹਦਾ ਪਿੱਛੇ ਮੈਂ ਅੱਜ ਕਰਦਾ ਪਿਆ, ਕੱਲ ਮੈਨੂੰ ਉਹ ਮੇਰੇ ਔਲਾਦ, ਪਰਿਵਾਰ, ਅੜੋਸ ਪੜੋਸ, ਰਿਸ਼ਤੇਦਾਰ, ਨਾਤੀ, ਸਗੇ ਸੰਬੰਧੀ, ਦੁਨੀਆ ਮੈਨੂੰ ਫਟਕਾਰਦੀ। ਉਹ ਸਭ ਫਟੋਫਟ ਜਿਹੜਾ 1 ਮਿੰਟ 'ਚ ਅਸੀਂ ਤੈਸ਼ 'ਚ ਆ ਜਾਂਦੇ ਹਾਂ, ਥੋੜੀ ਦੇਰ ਬਾਅਦ ਅਸੀਂ ਸੂਝੀ ਕਰਦੇ ਹਾਂ ਕਿ ਅਸੀਂ ਕੀਤਾ ਕਿਉਂ, ਆਪਣੇ ਗਲੇ ਕਿਉਂ ਮੁਸੀਬਤ ਪਾ ਲਈ, ਆਪ ਕਿਉਂ ਕਲਪੀ ਜਾ ਰਹੇ ਹਾਂ। ਬਸ ਇਹੀ ਥੋੜਾ ਜਿਹਾ ਧਿਆਨ, ਇਹਨੂੰ ਹੀ ਧਿਆਨ ਕਹਿੰਦੇ ਨੇ। ਤੁਸੀਂ ਸੋਚਣਾ ਹੈ, ਵਿਚਾਰ ਆਣਗੇ, ਉਹਨਾਂ ਨੂੰ ਪੁੱਛਣਾ ਹੈ ਕੀ ਗੱਲ ਸੀ, ਮੈਂ ਇਸ ਗੱਲ ਦੇ ਵਿੱਚ ਉਲਝਿਆ ਪਿਆ ਵਾਂ। ਕੁਝ ਵੀ ਨਹੀਂ ਸੀਗੀ, ਥੋੜੀ ਦੇਰ ਦੇ ਬਾਅਦ ਪਤਾ ਚੱਲੇਗਾ ਓਕੇ, ਤੇ ਕਾਟਾ ਮਾਰ ਕੇ ਇਹਨੂੰ ਬਾਹਰ ਕੱਢ ਦੋ। ਥੋੜੀ ਦੇਰ ਦੇ ਬਾਅਦ ਫਿਰ ਕੋਈ ਦੂਸਰੀ ਵੀ ਆ ਜਾਏਗੀ ਗੱਲ, ਭਾਈ ਕਿਸ ਪਿੱਛੇ ਮੈਂ ਜੋੜ ਰਿਹਾ ਵਾਂ। ਸਾਰੀਆਂ ਹੀ ਚੀਜ਼ਾਂ ਆਣਗੀਆਂ, ਜਿਹੜੀ ਮੈਂ ਨਾ ਵੀ ਦੱਸਾਂ ਨਾ ਉਹ ਵੀ ਤੁਹਾਨੂੰ ਮਾਲਕ ਦੇਵੇਗਾ, ਮਾਲਕ ਦੱਸੇਗਾ, ਮਾਲਕ ਸੋਝੀ ਪਾਏਗਾ, ਮਾਲਕ ਤੁਹਾਡੇ ਦੁੱਖਾਂ ਨੂੰ ਦੂਰ ਕਰਨਾ ਸ਼ੁਰੂ ਕਰ ਦੇਗਾ। ਤੇ ਸਭ ਤੋਂ ਪਹਿਲੇ ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਇਤਨੀ ਕੀਮਤੀ ਦੇਹੀ ਹੈ ਜਿਸ ਨੂੰ ਮੈਂ ਆਪਣੇ ਸਾਰੇ ਅਵਗੁਣਾ ਕਰਕੇ, ਆਪਣੇ ਦੋਸ਼ਾਂ ਕਰਕੇ इतना ज्यादा पेनफुल बना लिया ना, इतना ज्यादा जहर पा लिते ने ना कि हुण उन्ना ही जहरां विचों बाहर दा मार्ग नहीं दिख रहा। दिखेगा भी नहीं, हले नहीं दिखेगा, हले बवांगे ते प्यो दे कोल ना मार्ग दिखेगा तां ना, जे प्यो दे कोल बवांगे तां, उस आत्मा दे नाल बवांगे तां ना, जो मैं हाँ मैं ਉਹਦੇ ਕੋਲ ਬਵਾਂਗੀ ਤਾਂ ਨਾ। ਸੱਚੇ ਸਤਿਗੁਰ ਨੇ ਜਿਹੜੀ ਡੋਰ ਸੁੱਟੀ ਉਹਦੇ ਕੋਲ ਬਵਾਂ, ਜੇ ਉੱਥੇ ਜਾ ਕੇ ਵੀ ਮੈਂ ਕੋਈ ਵੀ ਮੰਤਰ ਜਾਪ ਕਰਨਾ ਸ਼ੁਰੂ ਕਰ ਦੇ, ਵਾਹਿਗੁਰੂ ਵਾਹਿਗੁਰੂ ਉੱਚੀ, ਮੈਂ ਕਹਿੰਦੀ ਹਾਂ ਵਾਹਿਗੁਰੂ ਸ਼ਵਾਸ ਨਾਲ ਹੈ, ਚੱਲ ਰਿਹਾ, ਉਹ ਕਮਾਲ ਹੈ, ਉਹਨੂੰ ਕਹਿਣਾ ਹੈ ਕਮਾਲ ਕਰ ਦਿੱਤੀ ਤੂੰ, ਉਸ ਤੇ ਨਿਕਲੇਗਾ ਅੰਦਰੋਂ ਕਮਾਲ, ਇੱਕ ਇੱਕ ਸ਼ਵਾਸ ਲਈ ਨਿਕਲੇਗਾ। ਹਲੇ ਤੇ ਮੈਂ ਕਹਿੰਦਾ ਮੈਨੂੰ ਪਤਾ ਹੀ ਨਹੀਂ ਮਾਲਕ ਮੈਂ ਕੀ, ਕੌਣ ਆ, ਮੈਂ ਕਿੱਥੇ ਬੈਠਾ, मैं तो बस चुप करके बैठ गया, श्वासां नूं देखना शुरू कर दिता। इतना क्या काम करती है। एक शब्द मैं तुहानूं सुणा, तू समर्थ वड्डा मेरी मत थोड़ी राम। तू समर्थ है सतगुर। जिन्हां ने जानिया उन्हां ने दस्सिया, हले ते मेरे वर्गी आत्मा नूं पता ही नहीं कि तू समर्थ है। क्या पता है? नहीं पता, मैं तो उन्हें समर्थ कहता ही नहीं। किस चीज तो समर्थ है पता ही नहीं ना, ज्ञान ही नहीं है, क्योंकि किस गल्लों समर्थ किया गया, वो किड्डा वड्डा समर्थ है, वो किड्डा वड्डा है,
मेरी मत थोड़ी रहा। मैं भगतां ने किया है, जिन्होंने जाने है उस मालक ਨੂੰ। तेरी मत थोड़ी है। पाले अकिरत कना पूर्ण दृष्ट तेरी राह। अकिरत कना ਨੂੰ पाल रहे हैं। तेरी दृष्टि पूर्ण है मेरे उत्ते। पूर्ण प्रभु ने तेनू रखिया होया है। पूरा प्रभु राध्या पूरा जाका नाओ, नानक पूरा पाया। पूरे हले ते पूरे दा ही नहीं पता। पूरा किड्डा वड्डा पूरा है। पूरा समुंदर जिड्डा पूरा है। पूरा किड्डा पूरा है ते पूरा एक किणके जिन्ना, पूरा एक किणके जिन्ना इसनू किस तरह पाल रहे हैं नहीं पता। अगाध बोध करते मोहे नीच कछु ना जाना। मैं कुछ नहीं जानता। मेरा करता प्रभु की कुछ कर रहा है, उहदे गुणां नूं मैं जानदा ही नहीं। रतन त्याग संग्रहण कोडी पशु नीच इयाना। रतन मनो ना, रतन त्याग संग्रहण। रतन समझ च आंदे ने साडे लई, ओही रतन आंदे ने जो दुनियावी रतन ने। क्योंकि बुद्धि नहीं, ज्ञान नहीं, सतगुरु दे नेड़े बैठे नहीं, ध्यान कीता नहीं, उसनू जानिया नहीं, आप नू जानिया नहीं। रतन त्याग संग्रहण कोडी पशु नीच इयाना। पशु पशु क्या अपने आप नू, यानी मत उथों तक अजे समझते 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 बाद असी कहिए एक वक्त ऐसा आया, पर हले कित्थे पशु कहने अपने आप। हले ते खाली पढ़न विच कह देगा। असी पशु नहीं कहते अपने आप नू। पशु ते जदों ਉਹਦੇ ਗੁਣਾਂ ਨੂੰ ਜਾਣਾਂਗੇ, ਆਪਣੇ ਆਪ ਨੂੰ ਜਾਣਾਂਗੇ किस तरीके नाल ਉਹ अकिरत कना ਨੂੰ पालदा पिया, फिर समझ आएगी पशु किस तरह किया है। पशु असी किस तरह पशु, सतगुरु जी इस तरह पशु। त्याग चलती महाचंचल देख दोख कर कर जोड़ी। त्याग चलती दा मतलब है इस माया ਨੂੰ ਤੇ ਛੱਡ ਕੇ ਜਾਣਾ ਹੈ। ਇਹ ਨਾਲ ਨਹੀਂ ਜਾਣੀ, त्याग के जाना है। महाचंचल किसी ਦੇ ਕੋਲ ਨਹੀਂ ਜਾਂਦੀ, ਹੈ ਹੀ ਚੰਚਲ। ਲక్ష్ਮੀ ਕਿਹਨੂੰ ਕਹਿੰਦੇ, ਚੰਚਲ ਨੂੰ ਕਿਹਾ ਜਾਂਦਾ, ਜਿਹਨੂੰ ਤੂੰ ਆਪਣੀ ਸਮਝਦਾ ਪਿਆ। ਮਿੰਟ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਕਾਰਜ ਆ ਜਾਏਗਾ, ਤੇਰੀ ਤਿਜੋਰੀ ਚੋਂ ਨਿਕਲ ਕੇ ਕਿਸੇ ਹੋਰ ਦੀ ਤਿਜੋਰੀ ਚ ਵੜ ਜਾਣੀ, ਫਿਰ ਵੜੀ ਜਾਣੀ ਹੈ। ਭਾਵੇਂ ਕੁਛ ਸੇ ਵੀ ਕਰ, ਕਿਸੇ ਨੂੰ ਲੋੜ ਪੈ ਜਾਏ, ਤੇਰੇ ਦੁੱਖ ਆ ਜਾਵੇ, ਪਰਿਵਾਰਿਕ ਦੁੱਖ ਆ ਜਾਵੇ, ਉਹ ਤੇ ਚੰਚਲ ਕੱਢਣੀ ਪੈਣੀ ਹੈ। ਦੁੱਖ ਕਰ ਕਰ ਕਿੰਨੇ ਦੁੱਖ ਕੀਤੇ ਲੋਕਾਂ ਦੇ ਨਾਲ, ਹਰ ਇੱਕ ਦੇ ਨਾਲ ਦੁੱਖ ਕਰ ਕਰਕੇ ਉਸ ਮਾਇਆ ਨੂੰ ਜੋੜਿਆ। ਨਾਨਕ ਸਰਣ ਸਮਰੱਥ ਸੁਆਮੀ ਪੈਜ ਰੱਖੋ ਮੇਰੇ। ਨਾਨਕ ਸਰਣ ਸਮਰੱਥ ਸੁਆਮੀ, ਸਮਰੱਥ ਸ਼ਰਨ ਮਾਲਕ ਦੀ ਸ਼ਰਨ ਦੇ ਵਿੱਚ ਮੈਂ ਬੈਠਾ ਹਾਂ। ਉਹ ਮਾਲਕ ਮੈਨੂੰ ਰੱਖ ਲੈ। ਨਾਨਕ ਸਰਣ ਸਮਰੱਥ ਸੁਆਮੀ ਪੈਜ ਰੱਖੋ ਮੇਰੀ, ਮੇਰੀ ਪੈਜ ਰੱਖੋ। ਉਹ ਮਹਾ ਆਨੰਦ ਪ੍ਰਭੂ ਨੂੰ ਕੁਛ ਦੇਰ ਬੈਠ ਕੇ ਉਹਦੇ ਕੋਲ ਇਸ ਜੀਵਨ ਨੂੰ ਜੀਣ ਦੀ ਜਾਚ ਪੁੱਛੀਏ, ਮੰਗੀਏ, ਵਿਚਾਰੀਏ, ਧਿਆਨ ਕਰੀਏ। ਇਹਨੂੰ ਹੀ ਧਿਆਨ ਕਹਿੰਦੇ ਨੇ, ਹੋਰ ਕੋਈ ਧਿਆਨ ਨਹੀਂ, ਹੋਰ ਕੋਈ ਧਿਆਨ ਨਹੀਂ। कि जे किते फोकस करना खुद सोचोगे, और कोई ध्यान नहीं कि मैं की कर रही हूँ, मैनूं की करना चाहिए, किस वास्ते आई सी। वो दूर वाली गल्लां नूं भी छड्ड दो। अले जिहड़े चिक्कड़ च मैं फसी हुई हाँ, इस चिक्कड़ चों किवें पैर कढ के अगे तुरां ताकि अगे महाराज दा मार्ग दिखाई दे। हले ते इह वाले चिक्कड़ चों बाहर निकलना। सो इतनी क सेवा प्रवान करना। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।